ਅਧਿਆਪਕ ਯੋਗਤਾ ਟੈਸਟ ਰੱਖਿਆ ਗਿਆ ਜੋ ਕਿ ਅਧਿਆਪਕ ਬਣਨ ਦੀ ਮੁੱਖ ਸ਼ਰਤ ਸੀ। ਇਹ ਟੈਸਟ 2011 ਵਿੱਚ ਲਿਆ ਗਿਆ, ਜਿਸ ਵਿੱਚ 4 ਸਵਾਲਾਂ ਦੇ ਜਵਾਬ ਹੀ ਗਲਤ ਸੈੱਟ ਕੀਤੇ ਹੋਏ ਸਨ। ਪਰ ਇਹਨਾਂ ਨੇ ਆਪਣੀ ਆਨਸਰ ਕੀ ਨੂੰ ਰਿਵਾਈਜ਼ ਕੀਤੇ ਬਿਨਾਂ ਹੀ ਜੋ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਉਸ ਦੇ ਵਿੱਚ ਜੋ 4 ਨੰਬਰਾਂ ਕਰਕੇ ਰਹਿ ਗਏ, ਟੈਟ ਪਾਸ नहीं कर सके, उन्होंने न्याय नहीं मिलिया क्योंकि जो टैट पास कर चुके सी इन्हां दे गलत नतीजे के आधार पर उन्होंने भर्तियां विच नियुक्त किया गया 3442 ते 5178। दोबारा पेपर चैक करने पे जो मानयोग हाई कोर्ट के हुक्म होए 7 साल बाद जो 4.5 नंबर सी सानू मिले, पर ਉਹਦਾ नुकसान सानू ये होया टैट का पास असीं 7 साल बाद कर गए, उस टैट के आधार पर जो भर्तियां कर लईआं उह 'चों असीं रह गए, जबकि साडी मैरिट नियुक्त कीते अध्यापकों तो वध है। असीं दोबारा केस लड़िया पोस्टां दा, सानू मानयोग हाई कोर्ट वल्लों ये फैसला मिलिया आ कि जो सिक्ख्या विभाग है सरकार आ एक पटिशनर की एक सीट रिजर्व करके चल रही भर्ती दे विच इन्हां दीयां सीटां रिजर्व कीतियां जाण, पर 5 महीने बीत जाण दे बावजूद भी सिक्ख्या विभाग वल्लों कोई नोटिस नहीं जारी किया गया। समझते ही कुछ नहीं भी मान जो हाई कोर्ट भी कोई हैगा कि नहीं हैगा गा, आपदियां नीतियां चलाउंदे आ, इन्हां ने प्रोसैस पूरा करता पर सानू विच ज्वाइन नहीं करवाया। दिहाड़ियां कोई कर रहा है साडा साथी, कोई झोने ला रहा है, कोई साडियां भैणां ने गहने बेचे, पशु बेचे असीं घरां दे अपने, ते उस तो बाद असीं भारी फीसां जिहड़ियां वकीलां दीयां भरीआं आ 50-50 लाख रुपए असीं सारे ला चुके हैं केस ते, पर असीं जो ऑर्डर लिया आ इन्हां ने वो ऑर्डर चक के साडे परे रखे होए। 50-50 ਲੱਖ ਤੁਸੀਂ ਸਾਰਿਆਂ ਨੇ ਇੱਕ ਵਾਰ ਲਗਾਇਆ ਜਾਂ ਫਿਰ ਇੱਕ ਦਾ 50-50 ਲੱਖ ਲਗਾਇਆ? 3 ਵਾਰ ਕੇਸ ਲੜਿਆ, ਪਹਿਲਾਂ ਅਸੀਂ 4 ਨੰਬਰਾਂ ਦਾ ਕੇਸ ਲੜਿਆ, ਉਸ ਤੋਂ ਬਾਅਦ ਅਸੀਂ ਫਿਰ ਪੋਸਟਾਂ ਦਾ ਲੜਿਆ, ਅਸੀਂ ਤੀਜੀ ਵਾਰੀ ਕੰਟੈਂਪਟ ਵੀ ਪਾਈ, ਅਸੀਂ 3 ਵਾਰ ਕੇਸ ਲੜ ਚੁੱਕੇ ਹਾਂ ਤੇ ਤੁਸੀਂ ਇਹ ਦੇਖੋ 3 ਵਾਰ 50-50 ਲੱਖ ਸਾਡਾ ਲੱਗ ਗਿਆ। ਇਹ ਤੁਸੀਂ ਦੇਖ ਸਕਦੇ ਆ ਜਿਹਦੇ ਵਿੱਚ ਸਾਰਾ ਸਾਫ਼ ਲਿਖਿਆ ਹੋਇਆ ਵੀ ਉਹਨਾਂ ਨੂੰ ਬੁਲਾਇਆ, ਈਵਨ ਕਿ ਉਹਨਾਂ ਦਾ ਥੱਲੇ ਆਈਡੀ ਪ੍ਰੂਫ ਵੀ ਲੱਗਿਆ ਕੈਂਡੀਡੇਟ ਦਾ। ਜੇ ਇਹਨਾਂ ਨੂੰ ਬੁਲਾ ਰਹੇ ਆ ਤਾਂ ਪਤਾ ਨਹੀਂ ਕਿੰਨੀਆਂ ਇਹਨਾਂ ਨੇ ਭਰਤੀਆਂ ਐਵੇਂ ਕੀਤੀਆਂ ਹੋਣੀਆਂ ਤਾਂ ਹੀ ਸਾਡੀਆਂ ਸੀਟਾਂ ਸਾਨੂੰ ਨਹੀਂ ਮਿਲ ਰਹੀਆਂ ਗੀਆਂ। ਅਸੀਂ ਇੰਨਾ ਟਾਈਮ 10 ਸਾਲ ਕਹਿਣੀ ਖੇਡ ਆ ਸਰ, ਗਿਣ ਕੇ ਦੇਖੋ 365 ਦਿਨ ਹੁੰਦੇ 1 ਸਾਲ ਦੇ ਵਿੱਚ, 10 ਸਾਲਾਂ ਤੋਂ ਅਸੀਂ ਧੱਕੇ ਖਾ ਰਹੇ ਹਾਂ। ਅਖੀਰ ਦੇ ਉੱਤੇ ਆ ਕੇ ਅਸੀਂ ਇਹ ਅੱਕ ਚੱਬਿਆ ਵਾ, ਹੁਣ ਅਸੀਂ ਉੱਪਰ ਵਾਲੀ ਧੁੱਪ ਤੇ ਥੱਲੇ ਵਾਲੀ ਗਰਮੈਸ਼ ਨੂੰ ਇੱਥੇ ਚੱਲਣ ਲਈ ਬੈਠ ਗਏ ਆ। ਇਹ ਸਾਡਾ ਜਿਹੜਾ ਵਾ ਸਾਨੂੰ ਹੁਣ ਜਿਹੜੀ ਚੀਜ਼ ਚਾਹੀਦੀ ਆ ਉਹ ਸਾਡਾ ਸਿਰਫ ਰਾਈਟ ਚਾਹੀਦਾ। ਆ ਸਾਡਾ ਕੋਰਟ ਦੇ ਆਰਡਰ ਆ, ਜਿਹਦੇ ਕੋਰਟ ਦੇ ਆਰਡਰਾਂ ਦੇ ਵਿੱਚ ਸਪਸ਼ਟ ਇਹ ਗੱਲ ਲਿਖੀ ਗਈ ਆ ਕਿ ਇਹਨਾਂ ਦੀ ਸੀਟ ਜਿਹੜੀ ਬਣਦੀ ਹੈਗੀ ਆ ਉਹ ਰਿਜ਼ਰਵ ਕੀਤੀ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਸਤਨਾਮ ਸਿੰਘ। ਜਿੱਥੇ ਸਰਕਾਰ ਬਦਲਣ ਦੇ ਵਿੱਚ ਕੁਝ ਹੀ ਮਹੀਨੇ ਬਾਕੀ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਧਰਨਿਆਂ ਦਾ ਜਿਹੜਾ ਇੱਕ ਦੌਰ ਹੀ ਚੱਲ ਰਿਹਾ ਹੈ। ਮੋਹਾਲੀ ਵਿਖੇ ਖੜੇ ਹਾਂ ਜਿੱਥੇ ਅਧਿਆਪਕਾਂ ਵੱਲੋਂ ਧਰਨਾ ਲਾਇਆ ਹੋਇਆ, ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕੱਚੇ ਅਧਿਆਪਕਾਂ ਵੱਲੋਂ ਧਰਨਾ ਲਗਾਇਆ ਹੋਇਆ ਤਾਂ ਦੂਸਰੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਹੀ ਇੱਕ ਹੋਰ ਧਰਨਾ ਵੀ ਲੱਗਿਆ ਹੋਇਆ। ਰਿਵਾਈਜ਼ਡ ਪੰਜਾਬ ਸਟੇਟ TET 2011 ਮੈਰਿਟ ਹੋਲਡਰਸ ਵੱਲੋਂ ਲਗਾਇਆ ਗਿਆ। ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਸਾਰਾ ਮਾਮਲਾ ਕੀ ਹੈ। ਸਤਿ ਸ਼੍ਰੀ ਅਕਾਲ ਜੀ, ਇਹ ਕੀ ਮਾਮਲਾ ਹੈ? ਤੁਸੀਂ ਇੱਥੇ ਧਰਨਾ ਕਿਉਂ ਲਗਾਇਆ ਹੋਇਆ? ਸਰ, ਪੰਜਾਬ ਸਰਕਾਰ ਵੱਲੋਂ ਅਧਿਆਪਕ ਯੋਗਤਾ ਟੈਸਟ ਰੱਖਿਆ ਗਿਆ ਜੋ ਕਿ ਅਧਿਆਪਕ ਬਣਨ ਦੀ ਮੁੱਖ ਸ਼ਰਤ ਸੀ। ਇਹ ਟੈਸਟ 2011 ਵਿੱਚ ਲਿਆ ਗਿਆ, ਜਿਸ ਵਿੱਚ 4 ਸਵਾਲਾਂ ਦੇ ਜਵਾਬ ਹੀ ਗਲਤ ਸੈੱਟ ਕੀਤੇ ਹੋਏ ਸਨ, ਪਰ ਇਹਨਾਂ ਨੇ ਆਪਣੀ ਆਨਸਰ ਕੀ ਨੂੰ ਰਿਵਾਈਜ਼ ਕੀਤੇ ਬਿਨਾਂ ਹੀ ਜੋ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਉਸ ਦੇ ਵਿੱਚ ਜੋ 4 ਨੰਬਰਾਂ ਕਰਕੇ ਰਹਿ ਗਏ, ਟੈਟ ਪਾਸ ਨਹੀਂ ਕਰ ਸਕੇ, ਉਹਨਾਂ ਨੂੰ ਨਿਆਂ ਨਹੀਂ ਮਿਲਿਆ ਕਿਉਂਕਿ ਜੋ ਟੈਟ ਪਾਸ ਕਰ ਚੁੱਕੇ ਸੀ ਇਹਨਾਂ ਦੇ ਗਲਤ ਨਤੀਜੇ ਦੇ ਆਧਾਰ ਤੇ ਉਹਨਾਂ ਨੂੰ ਭਰਤੀਆਂ ਵਿੱਚ ਨਿਯੁਕਤ ਕੀਤਾ ਗਿਆ 3442 ਤੇ 5178। ਜਿਹੜੇ ਫੇਲ ਹੋ ਗਏ ਸੀ ਉਹ ਕੋਰਟ ਗਏ। ਕੋਰਟ ਨੇ 7 ਸਾਲ ਬਾਅਦ ਕਿਹਾ ਕਿ ਇਹ ਸਹੀ ਹਨ ਤੇ ਸਿੱਖਿਆ ਵਿਭਾਗ ਗਲਤ ਹੈ। ਸਿੱਖਿਆ ਵਿਭਾਗ ਨੂੰ ਦੁਬਾਰਾ ਪੇਪਰ ਚੈੱਕ ਕਰਨੇ ਪਏ ਜਦੋਂ ਮਾਨਯੋਗ ਹਾਈ ਕੋਰਟ ਦੇ ਹੁਕਮ ਹੋਏ 7 ਸਾਲ ਬਾਅਦ ਜੋ 4.5 ਨੰਬਰ ਸੀ ਸਾਨੂੰ ਮਿਲੇ, ਪਰ ਉਹਦਾ ਨੁਕਸਾਨ ਸਾਨੂੰ ਇਹ ਹੋਇਆ ਟੈਟ ਦਾ ਪਾਸ ਅਸੀਂ 7 ਸਾਲ ਬਾਅਦ ਕਰ ਗਏ, ਉਸ ਟੈਟ ਦੇ ਆਧਾਰ ਤੇ ਜੋ ਭਰਤੀਆਂ ਕਰ ਲਈਆਂ ਉਹ 'ਚੋਂ ਅਸੀਂ ਰਹਿ ਗਏ, ਜਦਕਿ ਸਾਡੀ ਮੈਰਿਟ ਨਿਯੁਕਤ ਕੀਤੇ ਅਧਿਆਪਕਾਂ ਤੋਂ ਵੱਧ ਹੈ। ਕੋਰਟ ਦੇ ਵਿੱਚ ਜਦੋਂ ਤੁਸੀਂ ਇਹ ਮਾਮਲੇ ਨੂੰ ਲੈ ਕੇ ਜਾਂਦੇ ਹੋ ਤਾਂ ਫਿਰ ਇਹ ਮਾਮਲਾ ਨਹੀਂ ਤੁਸੀਂ ਲੈ ਕੇ ਜਾਂਦੇ ਕਿ ਤੁਸੀਂ ਟੈਟ ਤਾਂ ਹੁਣ ਕਲੀਅਰ ਕਰ ਲਿਆ ਪਰ ਯੋਗਤਾ ਦੇ ਆਧਾਰ ਤੇ ਤੁਸੀਂ ਜਿਹੜੀਆਂ ਉਹ ਪੋਸਟਾਂ ਨਿਕਲੀਆਂ ਉਹਨਾਂ ਦੇ ਵਿੱਚ ਨਹੀਂ ਅਪੀਅਰ ਹੋ ਸਕੇ ਜਾਂ ਤੁਹਾਨੂੰ ਰੱਖਿਆ ਨਹੀਂ ਗਿਆ ਉਹਦੇ ਬਿਹਾਫ ਤੇ, ਫਿਰ ਤੁਸੀਂ ਕੋਰਟ ਦੇ ਵਿੱਚ ਇਹ ਮਾਮਲਾ ਨਹੀਂ ਉਠਾਇਆ? ਸਰ, ਅਸੀਂ ਗਏ ਆ
ਅਸੀਂ ਦੁਬਾਰਾ ਕੇਸ ਲੜਿਆ ਪੋਸਟਾਂ ਦਾ। ਸਾਨੂੰ ਮਾਣਯੋਗ ਹਾਈ ਕੋਰਟ ਵੱਲੋਂ ਇਹ ਫੈਸਲਾ ਮਿਲਿਆ ਆ ਕਿ ਜੋ ਸਿੱਖਿਆ ਵਿਭਾਗ ਆ, ਸਰਕਾਰ ਆ, ਇੱਕ ਪਟੀਸ਼ਨਰ ਦੀ ਇੱਕ ਸੀਟ ਰਿਜ਼ਰਵ ਕਰਕੇ ਚੱਲ ਰਹੀ ਭਰਤੀ ਦੇ ਵਿੱਚ ਇਹਨਾਂ ਦੀਆਂ ਸੀਟਾਂ ਰਿਜ਼ਰਵ ਕੀਤੀਆਂ ਜਾਣ। ਪਰ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ। ਅਸੀਂ ਇੱਥੇ ਆਉਂਦੇ ਹਾਂ, ਕਿਰਾਏ ਖਰਚਦੇ ਹਾਂ, ਕਿਉਂਕਿ ਦੇਖੋ ਜਿਹੜਾ ਬਠਿੰਡੇ, ਮੁਕਤਸਰ, ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਆਉਣਾ ਇੱਕ ਬੇਰੁਜ਼ਗਾਰ ਲਈ ਕਿੰਨਾ ਔਖਾ ਹੈ। ਦਿਹਾੜੀਆਂ ਕੋਈ ਕਰ ਰਿਹਾ ਹੈ ਸਾਡਾ ਸਾਥੀ, ਕੋਈ ਝੋਨੇ ਲਾ ਰਿਹਾ ਹੈ, ਕੋਈ ਸਾਡੀਆਂ ਭੈਣਾਂ ਨੇ ਗਹਿਣੇ ਵੇਚੇ, ਪਸ਼ੂ ਵੇਚੇ ਅਸੀਂ ਘਰਾਂ ਦੇ ਆਪਣੇ। ਤੇ ਉਸ ਤੋਂ ਬਾਅਦ ਅਸੀਂ ਭਾਰੀ ਫੀਸਾਂ ਜਿਹੜੀਆਂ ਵਕੀਲਾਂ ਦੀਆਂ ਭਰੀਆਂ ਆ, 50-50 ਲੱਖ ਰੁਪਏ ਅਸੀਂ ਸਾਰੇ ਲਾ ਚੁੱਕੇ ਆ ਕੇਸ ਤੇ। ਪਰ ਅਸੀਂ ਜੋ ਆਰਡਰ ਲਿਆਏ ਆ, ਇਹਨਾਂ ਨੇ ਉਹ ਆਰਡਰ ਚੱਕ ਕੇ ਸਾਡੇ ਪਰੇ ਰੱਖੇ ਹੋਏ। 50-50 ਲੱਖ ਤੁਸੀਂ ਸਾਰਿਆਂ ਨੇ ਇੱਕ ਵਾਰ ਲਗਾਇਆ ਜਾਂ ਫਿਰ ਇੱਕ ਦਾ 50-50 ਲੱਖ ਲੱਗਾ? 3 ਵਾਰ ਕੇਸ ਲੜਿਆ। ਪਹਿਲਾਂ ਅਸੀਂ 4 ਨੰਬਰਾਂ ਦਾ ਕੇਸ ਲੜਿਆ, ਉਸ ਤੋਂ ਬਾਅਦ ਅਸੀਂ ਫਿਰ ਪੋਸਟਾਂ ਦਾ ਲੜਿਆ, ਅਸੀਂ ਤੀਜੀ ਵਾਰੀ ਕੰਟੈਂਪਟ ਵੀ ਪਾਈ। ਅਸੀਂ 3 ਵਾਰ ਕੇਸ ਲੜ ਚੁੱਕੇ ਆ ਤੇ ਤੁਸੀਂ ਇਹ ਦੇਖੋ 3 ਵਾਰ 50-50 ਲੱਖ ਸਾਡਾ ਲੱਗ ਗਿਆ। 3 ਵਾਰੀ ਜਿੱਤੇ ਵੀ ਹੋ ਕਿ? ਹਾਂਜੀ ਜਿੱਤੇ ਆ, ਪਰ ਇਨੀ ਸਾਨੂੰ ਨੰਬਰਾਂ ਦੇ ਤਾਂ 4 ਨੰਬਰ ਤਾਂ ਦੇਤੇ, ਪਰ ਸਾਨੂੰ ਨੌਕਰੀ ਨਹੀਂ ਦੇ ਰਹੇ। ਕੋਰਟ ਨੇ ਨਹੀਂ ਫਿਰ ਆਰਡਰ ਕੀਤੇ ਕਿ ਸਿੱਖਿਆ ਬੋਰਡ ਨੂੰ ਇਹਦੇ ਉੱਤੇ ਜਲਦੀ ਐਕਸ਼ਨ ਲੈਣਾ ਚਾਹੀਦਾ? ਇਸ ਤਰ੍ਹਾਂ ਦਾ ਕੋਈ ਆਰਡਰ ਕੋਰਟ ਨੇ ਆਰਡਰ ਕੀਤੇ ਹਨ, ਪਰ ਇਹ ਇਸ ਟਾਈਮ ਹਾਈ ਕੋਰਟ ਤੋਂ ਆਪਣੇ ਆਪ ਨੂੰ ਉੱਪਰ ਸਮਝ ਰਹੇ ਹਨ। ਸਰ, ਜਦੋਂ ਆਰਡਰ ਕੋਰਟ ਵੱਲੋਂ ਕਰ ਦਿੱਤਾ ਜਾਂਦਾ ਹੈ, ਤੁਸੀਂ ਕਿਹਾ 3 ਵਾਰੀ ਤੁਸੀਂ ਕੇਸ ਪਾਇਆ, ਜਦੋਂ ਤੀਜੀ ਵਾਰੀ ਕੇਸ ਜਿੱਤਿਆ ਸੀ, ਕਦੋਂ ਜਿੱਤਿਆ ਗਿਆ? ਜਿਹੜਾ ਹੁਣ ਅਸੀਂ ਕੇਸ ਜਿੱਤੇ ਆ ਪੋਸਟਾਂ ਦਾ, ਉਹ 2020 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਜਿੱਤੇ ਆ, ਜਦੋਂ ਉਹਨਾਂ ਨੇ ਕਹਿਤਾ ਸੀ ਵੀ ਇਹਨਾਂ ਦੀ ਸੀਟ ਰਿਜ਼ਰਵ ਕਰ ਦਿਓ ਤੇ ਆਨਗੋਇੰਗ ਜੋ ਵੀ ਪ੍ਰੋਸੈਸ ਚੱਲ ਰਿਹਾ ਉਹਨਾਂ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਦੇ ਦਿਓ। ਈਵਨ ਕਿ ਉਸ ਦੌਰਾਨ 3704 ਪੋਸਟਾਂ ਨਿਕਲੀਆਂ ਵੀ ਆ, ਉਹਨਾਂ ਦੀ ਭਰਤੀ ਇਹਨਾਂ ਨੇ ਕੰਪਲੀਟ ਕਰਤੀ, ਪਰ ਇਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਨੂੰ ਮੰਨਿਆ ਤੱਕ ਨਹੀਂ। ਸਮਝਦੇ ਹੀ ਕੁਛ ਨਹੀਂ ਵੀ ਮਾਨਯੋਗ ਹਾਈ ਕੋਰਟ ਵੀ ਕੋਈ ਹੈਗਾ ਕਿ ਨਹੀਂ ਹੈਗਾਗਾ। ਆਪਦੀਆਂ ਨੀਤੀਆਂ ਚਲਾਉਂਦੇ ਆ, ਇਹਨਾਂ ਨੇ ਪ੍ਰੋਸੈਸ ਪੂਰਾ ਕਰਤਾ ਪਰ ਸਾਨੂੰ ਵਿੱਚ ਜੁਆਇਨ ਨਹੀਂ ਕਰਵਾਇਆ। ਈਵਨ ਕਿ ਜਦੋਂ ਹਾਈ ਕੋਰਟ ਦੇ ਆਰਡਰਾਂ 'ਚ ਲਿਖਿਆ ਹੋਇਆ ਵੀ ਸਾਡੀਆਂ ਸੀਟਾਂ ਰਿਜ਼ਰਵ ਆ, ਫਿਰ ਸਾਨੂੰ ਕਿਉਂ ਨਹੀਂ ਦੇ ਰਹੇ? ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕੀ ਕੀਤਾ, ਚੋਰੀ 2 ਭਰਤੀਆਂ ਸਟਾਰਟ ਕੀਤੀਆਂ 2 ਕੈਂਡੀਡੇਟਾਂ ਦੀਆਂ, ਜਿਹੜੇ ਕਿ ਸਾਡੇ ਨਾਲ ਹੀ ਕੇਸ ਲੜੇ ਆ। ਉਹਨਾਂ ਦਾ ਡਿਸੀਜਨ ਵੀ ਸੇਮ ਆ, ਪਰ ਉਹਨਾਂ ਨੂੰ ਕੀ ਇਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਆ, ਪਰ ਉਹਨਾਂ ਦਾ ਆਫੀਸ਼ੀਅਲ ਸਾਈਟ ਤੇ ਕੁਛ ਤੱਕ ਨਿਸ਼ਾਨ ਤੱਕ ਨਹੀਂ ਦਿੱਤਾ, ਮਤਲਬ ਵੀ ਅਸੀਂ ਭਰਤੀ ਕਰ ਰਹੇ ਆ। ਉਹ ਸਾਨੂੰ ਪਤਾ ਲੱਗਿਆ, ਅਸੀਂ ਉਹਨਾਂ ਦੇ ਜਿਹੜੇ ਲੈਟਰ ਕਢਵਾਏ, ਸਾਡੇ ਕੋਲ ਲੈਟਰ ਹੈ ਵੀ ਆ, ਇੱਥੇ ਤੁਹਾਨੂੰ ਦਿਖਾ ਦਿੰਨੇ ਆ। ਉਹਦੇ ਵਿੱਚ ਲਿਖਿਆ ਹੋਇਆ ਵੀ ਉਹਨਾਂ ਨੂੰ ਸਕੂਟਰਨੀ ਵਾਸਤੇ ਸੱਦ ਲਿਆ। ਜਿਵੇਂ ਈਵਨ ਕਿ ਜਦੋਂ ਸਿੰਗਲ ਬੰਦੇ ਨੂੰ ਸਕੂਟਰਨੀ ਵਾਸਤੇ ਸੱਦਦੇ ਆ ਤਾਂ ਆਫੀਸ਼ੀਅਲ ਸਾਈਟ ਤੇ ਪਾਉਂਦੇ ਆ, ਪਰ ਇਹਨਾਂ ਨੇ ਕੁਛ ਨਹੀਂ ਦਿੱਤਾ। ਜਾਂ ਤਾਂ ਉਹ ਇਹਨਾਂ ਦੇ ਰਿਸ਼ਤੇਦਾਰ ਆ ਜਾਂ ਇਹਨਾਂ ਨੇ ਫਿਰ ਰਿਸ਼ਵਤ ਲਈ ਆ। ਹਜੇ ਤਾਂ 2 ਬੰਦੇ ਫੜੇ ਗਏ ਆ, ਬਾਕੀ ਹਜੇ ਪਤਾ ਨਹੀਂ ਕਿੰਨੇ ਇਹਨਾਂ ਨੇ ਰੱਖੇ ਹੋਣਗੇ। ਤਾਂ ਹੀ ਸਾਡਾ ਜਿਹੜਾ ਸਾਡੇ ਤੋਂ ਇਹ ਤੁਸੀਂ ਦੇਖ ਸਕਦੇ ਆ, ਜਿਹਦੇ ਵਿੱਚ ਸਾਰਾ ਸਾਫ਼ ਲਿਖਿਆ ਹੋਇਆ ਵੀ ਉਹਨਾਂ ਨੂੰ ਬੁਲਾਇਆ। ਈਵਨ ਕਿ ਉਹਨਾਂ ਦਾ ਥੱਲੇ ਆਈਡੀ ਪ੍ਰੂਫ ਵੀ ਲੱਗਿਆ ਕੈਂਡੀਡੇਟ ਦਾ। ਜੇ ਇਹਨਾਂ ਨੂੰ ਬੁਲਾ ਰਹੇ ਤਾਂ ਪਤਾ ਨਹੀਂ ਕਿੰਨੀਆਂ ਇਹਨਾਂ ਨੇ ਭਰਤੀਆਂ ਐਵੇਂ ਕੀਤੀਆਂ ਹੋਣੀਆਂ, ਤਾਂ ਹੀ ਸਾਡੀਆਂ ਸੀਟਾਂ ਸਾਨੂੰ ਨਹੀਂ ਮਿਲ ਰਹੀਆਂ ਗੀਆਂ। ਜਾਂ ਤਾਂ ਇਹਨਾਂ ਨੇ ਰਿਸ਼ਵਤਖੋਰੀ ਕੀਤੀ ਹੈ, ਘਪਲੇਬਾਜ਼ੀ ਕੀਤੀ, ਜਾਂ ਇਹਨਾਂ ਦੇ ਰਿਸ਼ਤੇਦਾਰ ਨਿਯੁਕਤ ਕਰ ਰਹੇ। ਜਿਹੜੇ ਕੈਂਡੀਡੇਟ, ਜਦੋਂ ਤੁਸੀਂ ਕਹਿੰਦੇ ਹੋ ਕਿ 4 ਨੰਬਰਾਂ ਦੇ ਜਿਹੜੇ ਸਵਾਲ ਸੀਗੇ ਉਹਨਾਂ ਦੀ ਆਪਸ਼ਨਾਂ ਗਲਤ ਸੀਗੀਆਂ, ਤੁਸੀਂ ਉਹ ਮਾਮਲਾ ਕੋਰਟ ਵਿੱਚ ਲੈ ਕੇ ਜਾਂਦੇ ਹੋ, ਉਹਦੇ ਵਿੱਚੋਂ ਜਿਹੜੇ ਕੈਂਡੀਡੇਟ ਮੈਰਿਟ ਦੇ ਵਿੱਚ ਆਉਂਦੇ ਆ, ਉਹ ਗਲਤ ਸਵਾਲਾਂ ਦੇ ਆਨਸਰ ਦੇਣ ਦੇ ਬਾਵਜੂਦ ਜਿਹੜੇ ਪਾਸ ਹੋ ਗਏ ਸੀ, ਉਹ ਕੈਂਡੀਡੇਟ ਅੱਜ ਜੌਬ ਕਰ ਰਹੇ ਆ? ਉਹਨਾਂ ਦੇ ਵਿੱਚੋਂ ਕੋਈ ਨਹੀਂ ਜੌਬ, ਕੋਈ ਰੇਅਰ ਆ ਵੀ ਜਿਹੜੇ ਉਹਨਾਂ ਦੇ ਵਿੱਚੋਂ ਜੌਬ ਦੇ ਵਿੱਚ ਜਾ ਚੁੱਕੇ, ਕਿਉਂਕਿ ਉਹ ਅਗਲੀਆਂ ਪੋਸਟਾਂ ਦੇ ਵਿੱਚ ਅਪਲਾਈ ਕਰ ਚੁੱਕੇ ਸੀਗੇ, ਉਹਨਾਂ ਨੂੰ ਉੱਧਰ ਜੌਬ ਮਿਲ ਗਈ। ਬਾਕੀ ਜਿਹੜੇ ਹੈਗੇ ਹਜੇ ਸਾਰੇ ਅਸੀਂ ਬੇਰੁਜ਼ਗਾਰ ਆ। ਵਾਰ-ਵਾਰ ਅਸੀਂ ਇਹਨਾਂ ਦੇ ਕੋਲੇ ਆਉਂਦੇ ਰਹੇ। ਇਹ ਨਹੀਂ ਹੈ ਵੀ ਉਹ 4 ਕੁਐਸਚਨ ਅਸੀਂ ਲੇਟ ਇਹਨਾਂ ਨੂੰ ਦੱਸਿਆ, ਅਸੀਂ ਇਨਫੋਰਮੇਸ਼ਨ ਪਹਿਲਾਂ ਹੀ ਦਿੱਤੀ ਸੀ ਵੀ ਆਹ 4 ਕੁਐਸਚਨ ਗਲਤ ਆ, ਪਰ ਇਹ ਮੰਨੇ ਨਹੀਂਗੇ। ਫਿਰ ਸਾਨੂੰ ਕੋਰਟ ਦੇ ਵਿੱਚ ਜਾਣਾ ਪਿਆ। ਜਦੋਂ ਅਸੀਂ ਕੋਰਟ ਦੇ ਵਿੱਚ ਗਏ, ਆਫਟਰ ਦੈਟ ਉੱਥੇ ਲੌਂਗ ਪੀਰੀਅਡ ਸਾਡਾ 7 ਸਾਲਾਂ ਦਾ ਗਿਆ। 7 ਸਾਲ ਸਾਡੇ ਉਹ ਵੇਸਟ ਹੋ ਗਏ। ਉਸ ਤੋਂ ਬਾਅਦ ਸਾਨੂੰ ਪੋਸਟਾਂ ਵਾਸਤੇ ਲੜਨਾ ਪਿਆ। 3 ਸਾਲ ਸਾਡੇ ਫੇਰ ਵੇਸਟ ਹੋ ਗਏ। ਵਾਰ-ਵਾਰ ਅਸੀਂ ਕੋਰਟ ਦੇ ਵਿੱਚ ਜਾ ਕੇ ਧੱਕੇ ਖਾ ਰਹੇ ਹਾਂ, ਪਰ ਇਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ। ਮਤਲਬ ਇਹ ਆਰਾਮ ਨਾਲ ਬੈਠੇ। ਈਵਨ ਕਿ 7 ਦਿਨ ਸਾਨੂੰ ਇੱਥੇ ਹੋ ਗਏ ਬੈਠਿਆਂ ਨੂੰ। ਅੱਜ ਐਟਲੀਸਟ ਸਾਨੂੰ ਇੱਕ DPI ਨਾਲ ਮੀਟਿੰਗ ਦਿੱਤੀ ਗਈ ਹੈ, ਸਾਡੇ ਤੱਕ ਮੀਟਿੰਗ ਤੱਕ ਦੀ ਗੱਲ ਨਹੀਂ ਕਰਨ ਕੋਈ ਆਇਆ। ਕਿੰਨੇ ਕੈਂਡੀਡੇਟ ਆ ਜੀ? ਅਸੀਂ ਅਪਰੋਕਸੀਮੇਟਲੀ 310 ਕੈਂਡੀਡੇਟ ਹਾਂ। ਇਹਦੇ ਵਿੱਚ ETT ਵਾਲੇ ਵੀ ਹੈਗੇ, ਜਿਨ੍ਹਾਂ ਕਿ 2013 ਦੇ ਵਿੱਚ ਉਹਨਾਂ ਦਾ ਰਿਜ਼ਲਟ ਰਿਵਾਈਜ਼ ਸਾਡਾ 11 ਚ ਹੋਇਆ, ਉਹਨਾਂ ਦਾ 2013 ਦੇ ਵਿੱਚ ਰਿਵਾਈਜ਼ ਹੋਇਆ। ਬੀਐਡ ਵਾਲੇ? ਅਸੀਂ ਬੀਐਡ ਵਾਲੇ, ETT ਵਾਲੇ ਮੈਮ ਖੜੇ ਆ, ਇਹਨਾਂ ਦੇ ਨਾਲ ਹੈਗੇ। ਸਾਰੇ ਅਸੀਂ ਇਕੱਠੇ ਹੀ ਆ, ਸਾਰਿਆਂ ਦੇ ਆਰਡਰ ਇਕੱਠੇ ਹੀ ਹੋਏ ਆ, ਬਟ ਇਹਨਾਂ ਦੇ 310 ਕੈਂਡੀਡੇਟ ਕੋਈ ਜ਼ਿਆਦਾ ਨਹੀਂ ਜਿਨ੍ਹਾਂ ਨੂੰ ਸਾਨੂੰ ਜੁਆਇਨ ਕਰਵਾਉਣਾ, ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਤੁਸੀਂ ਇੱਥੇ ਆ ਕੇ ਕਿਹਦੇ ਨਾਲ ਰਾਬਤਾ ਕਰਦੇ ਹੋ ਜਦੋਂ ਦਫ਼ਤਰ ਵਿੱਚ ਆਉਂਦੇ ਹੋ? ਵਿਭਾਗ ਵੱਲੋਂ ਕਿਸੇ ਨੂੰ ਨਿਯੁਕਤ ਕੀਤਾ ਜਾਂਦਾ? ਤੁਹਾਡੀ ਇਸ ਗੱਲ ਮਾਮਲੇ ਨਾਲ ਕੋਈ ਮੀਟਿੰਗ ਹੁੰਦੀ ਹੈ ਜਾਂ? ਕ੍ਰਿਸ਼ਨ ਕੁਮਾਰ ਨਾਲ ਸਾਡੀਆਂ ਬਹੁਤ ਮੀਟਿੰਗਾਂ ਹੋ ਚੁੱਕੀਆਂ, ਇੱਥੋਂ ਤੱਕ ਕਿ ਮੁੱਖ ਸਕੱਤਰ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਆ, ਔਰ ਅਸੀਂ ਭਰਤੀ ਬੋਰਡ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਾਂ। DPI ਸਰ ਨਾਲ ਮੀਟਿੰਗਾਂ ਕਰ, ਸਿੱਖਿਆ ਮੰਤਰੀ ਆ, 3 ਸਿੱਖਿਆ ਮੰਤਰੀ ਬਦਲ ਗਏ, ਪਹਿਲਾਂ ਅਰੁਣਾ ਚੌਧਰੀ, ਫਿਰ OP ਸੋਨੀ, ਵਿਜੇ ਇੰਦਰ ਸਿੰਗਲਾ, ਔਰ ਸਾਰਿਆਂ ਨੂੰ ਅਸੀਂ 10-10 ਮੀਟਿੰਗਾਂ ਕਰਕੇ ਆਪਣਾ ਦੁੱਖ ਦੱਸ ਚੁੱਕੇ। ਮੰਤਰੀ ਬਦਲੀ ਜਾਂਦੇ ਆ ਪਰ ਸਾਡਾ ਹੱਲ ਕੋਈ ਨਹੀਂ ਕਰਦਾ। ਕੈਪਟਨ ਸਾਹਿਬ ਨਾਲ ਵੀ ਕਦੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਕੈਪਟਨ ਸਾਹਿਬ ਅਸੀਂ ਕਿਹਾ ਸੀ, ਕਹਿੰਦੇ ਉਹ ਕਿਸੇ ਨੂੰ ਮਿਲਦੇ ਨਹੀਂ, ਪਰ ਉਹ ਸਿਰਫ ਵੋਟਾਂ ਵੇਲੇ ਹੀ ਮਿਲਦੇ ਆ।
ਐਂਡ ਤੇ ਅਸੀਂ ਧਰਨੇ ਤੇ ਆ ਕੇ ਬੈਠ ਗਏ ਆ ਇੱਥੇ, ਕਿਉਂਕਿ ਇਹਨਾਂ ਜੋ ਸਾਡੀ ਗੱਲ ਹੀ ਨਹੀਂ ਸੁਣੀ। ਇੰਨਾ ਟਾਈਮ ਲੌਂਗ ਪੀਰੀਅਡ ਲੰਘ ਗਿਆ, ਅਸੀਂ ਵਾਰ-ਵਾਰ ਇਹਨਾਂ ਕੋਲ ਜਾ ਰਹੇ ਆ। ਸਾਨੂੰ ਅੱਗੋਂ ਮਿਲਦਾ ਕੀ ਹੈ ਜੀ, ਤੁਹਾਡੀ ਫਾਈਲ ਉੱਤੇ ਪਈ ਹੈ, ਪ੍ਰੋਸੈਸ ਚੱਲ ਰਿਹਾ। 3 ਵਾਰ ਇਹਨਾਂ ਨੇ ਸਾਡਾ ਡਾਟਾ ਲੈ ਲਿਆ, ਐਡਵੋਕੇਟ ਦੇ ਥਰੂ ਵੀ ਲੈ ਲਿਆ, ਬਾਈ ਮੇਲ ਵੀ ਅਸੀਂ ਇਹਨਾਂ ਨੂੰ ਭੇਜ ਚੁੱਕੇ ਆ ਤੇ ਇੱਥੇ ਹੈਂਡਓਵਰ ਵੀ ਕਰ ਗਏ ਆ, ਖੁਦ ਆ ਕੇ ਵੀ ਦੇ ਗਏ ਇਹਨਾਂ ਨੂੰ। ਬਟ ਉਹ ਡਾਟਾ ਲੈ ਲੈਂਦੇ, ਫਿਰ ਕਹਿੰਦੇ ਤੁਹਾਡੀ ਫਾਈਲ ਉੱਪਰ ਪਈ ਹੈ ਜੀ, ਪ੍ਰੋਸੈਸ ਚੱਲ ਰਿਹਾ। ਬਸ ਇਹੀ ਸਾਨੂੰ ਮਿੱਠੀ ਗੋਲੀ ਦੇ ਕੇ ਤੋੜ ਦਿੱਤਾ ਜਾਂਦਾ। ਅੱਜ ਜਿਹੜੀ ਮੀਟਿੰਗ ਕੀਤੀ ਜਾਂਦੀ ਤੁਹਾਡੇ ਨਾਲ, ਉਹਦੇ ਵਿੱਚ ਕੀ ਗੱਲਬਾਤ ਹੁੰਦੀ? ਇਹਦੇ ਵਿੱਚ ਵੀ ਇਹੀ ਗੱਲ ਹੋਈ ਹੈ। ਮੇਨਲੀ ਤੁਹਾਨੂੰ ਗੁਰਪਿੰਦਰ ਸਰ ਚੰਗੀ ਤਰ੍ਹਾਂ ਦੱਸਣਗੇ, ਵੈਸੇ ਮੀਟਿੰਗ 'ਚ ਜਾ ਕੇ। ਹਾਂਜੀ ਸਰ, ਕੀ ਗੱਲਬਾਤ ਹੋਈ ਅੱਜ? ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਮੁੱਦੇ ਨੂੰ ਜਿਹੜਾ ਵਾ ਅੱਗੇ ਲੈ ਕੇ ਆ ਰਹੇ ਹੋ। ਸਾਡੇ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਮੁੱਦਾ ਕੀ ਆ, ਸਾਨੂੰ ਟਾਈਮ ਟੂ ਟਾਈਮ ਮੀਟਿੰਗ ਦੇ ਪਹਿਲਾਂ ਤਾਂ ਜਿਹੜੇ ਆ ਸਿਰਫ ਲਾਰੇ ਲਾਏ ਗਏ ਸੀ। ਚਲੋ ਪਰਮਾਤਮਾ ਦੀ ਕੋਈ ਕਿਰਪਾ ਹੋਈ ਕਿ ਸਾਡੀ ਜਿਹੜੀ ਅੱਜ ਮੀਟਿੰਗ ਜਿਹੜੀ ਆ ਨਿਯੁਕਤ ਕੀਤੀ ਗਈ ਸੀ DPI ਦੇ ਨਾਲ। ਮੀਟਿੰਗ ਦੇ ਦੌਰਾਨ ਸਾਡੇ ਸਿਰਫ ਮੁੱਦੇ ਨੂੰ ਸੁਣਿਆ ਗਿਆ ਵਾ। ਹਾਂਜੀ, ਉਹਦੇ ਉੱਤੇ ਕੀ ਐਕਸ਼ਨ ਲੈਣਾ ਵਾ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ। ਸਿਰਫ ਸਾਨੂੰ ਇੱਕ ਆਸ਼ਵਾਸਨ ਦਿੱਤਾ ਗਿਆ, ਕੋਈ ਗੱਲ ਨਹੀਂ ਜੀ, ਤੁਹਾਡਾ ਮੁੱਦਾ ਜਿਹੜਾ ਵਾ ਸੁਣ ਲਿਆ ਗਿਆ ਵਾ, ਅਸੀਂ ਇਸ ਮੁੱਦੇ ਨੂੰ ਅੱਗੇ ਰੱਖ ਦਾਂਗੇ। ਇਹ ਮੁੱਦੇ ਨੂੰ ਅੱਗੇ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਕੋਈ ਸਕੂਨ ਨਹੀਂ ਪਹੁੰਚਾਉਣ ਵਾਲੀਆਂ ਹੈਗੀਆਂ। ਪਹਿਲਾਂ ਵੀ ਸਾਡੇ ਮੁੱਦੇ ਸੁਣੇ ਗਏ ਆ, ਅੱਜ ਵੀ ਸਾਡਾ ਮੁੱਦਾ ਸੁਣਿਆ ਗਿਆ ਵਾ, ਪਰ ਇਸ ਮੁੱਦੇ ਤੋਂ ਬਾਅਦ ਵੀ ਸਾਨੂੰ ਆਸ ਅਜੇ ਤੱਕ ਕੋਈ ਨਹੀਂ ਹੈਗੀ। ਤੁਹਾਨੂੰ ਜਾਂ ਤਾਂ ਕਿਹਾ ਹੋਏਗਾ ਕਿ ਹੁਣ ਤੁਸੀਂ ਆਪਣਾ ਧਰਨਾ ਖਤਮ ਕਰ ਦਿਓ, ਅਸੀਂ ਇਹਦੇ ਉੱਤੇ ਕੋਈ ਐਕਸ਼ਨ ਲਵਾਂਗੇ, ਜਾਂ ਫਿਰ ਕੋਈ ਅੱਗੇ ਤਾਰੀਖ ਦਿੱਤੀ ਹੋਏਗੀ? ਜਿਹੜੇ ਧਰਨਾ ਖਤਮ ਕਰਨ ਦੀ ਗੱਲ ਆ ਸਰ, ਜਿਸ ਦਿਨ ਅਸੀਂ ਬੈਠੇ ਆ ਇੱਥੇ, ਪਹਿਲਾ ਦਿਨ ਸੀਗਾ, ਉਸ ਦਿਨ ਤੋਂ ਸਾਨੂੰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਧਰਨਾ ਖਤਮ ਕਰ ਦਿਓ। ਸਾਡੇ ਕੋਲ ਕਦੇ SP ਸਿਟੀ ਜਿਹੜੇ ਆ ਉਹ ਆ ਕੇ ਕਹਿ ਰਹੇ ਆ ਇਸ ਗੱਲ ਨੂੰ, ਕਦੇ ਸਾਡੇ ਕੋਲ SDM ਆ ਕੇ ਕਹਿ ਰਹੇ ਆ, ਜਾਂ ਫਿਰ ਸਾਨੂੰ ਜਿਹੜਾ ਵਾ ਹੋਰ ਵੀ ਕਈ ਪਰੇਸ਼ਾਨੀਆਂ ਇਹੋ ਜਿਹੀਆਂ ਦਿੱਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਸਾਨੂੰ ਇੱਥੋਂ ਉਠਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਇਸ 'ਚ ਪਰ ਮੈਂ ਇਹ ਵੀ ਨਹੀਂ ਕਹਿੰਦਾ ਅੱਜ ਦੇ ਦਿਨ ਦੇ ਵਿੱਚ ਸਾਨੂੰ ਅੰਦਰੋਂ ਕੋਈ ਮੀਟਿੰਗ ਦੌਰਾਨ ਇਹ ਨਹੀਂ ਗੱਲ ਕਹੀ ਤੁਸੀਂ ਧਰਨਾ ਚੱਕ ਦਿਓ। ਹਾਂ, ਇੱਕ ਇਹ ਗੱਲ ਕਹੀ ਗਈ ਹੈ, ਠੀਕ ਆ ਜੀ, ਤੁਹਾਡਾ ਮੁੱਦਾ ਅਸੀਂ ਅੱਗੇ ਜਿਹੜਾ ਡਿਸਕਸ ਕਰਾਂਗੇ। ਇਸ ਤੋਂ ਬਿਨਾਂ ਹੋਰ ਕੁਝ ਨਹੀਂ ਸਰ। ਇਹ ਇੱਕ ਮਿੱਠੀਆਂ ਗੱਲਾਂ ਨੇ, ਟੌਫੀਆਂ ਨੇ ਜਿਹੜੀਆਂ ਵੰਡੀਆਂ ਜਾ ਰਹੀਆਂ ਨੇ, ਪਰ ਅਸੀਂ ਇੰਨੇ ਨਿਆਣੇ ਨਹੀਂ ਹੈਗੇ, ਨਲਾਇਕ ਨਹੀਂ ਹੈਗੇ ਕਿ ਸਾਨੂੰ ਇਸ ਚੀਜ਼ ਦਾ ਪਤਾ ਨਾ ਲੱਗੇ। ਅਸੀਂ ਇੰਨਾ ਟਾਈਮ 10 ਸਾਲ ਕਹਿਣੀ ਖੇਡ ਆ ਸਰ, ਗਿਣ ਕੇ ਦੇਖੋ 365 ਦਿਨ ਹੁੰਦੇ 1 ਸਾਲ ਦੇ ਵਿੱਚ। 10 ਸਾਲਾਂ ਤੋਂ ਅਸੀਂ ਧੱਕੇ ਖਾ ਰਹੇ ਹਾਂ, ਅਖੀਰ ਦੇ ਉੱਤੇ ਆ ਕੇ ਅਸੀਂ ਇਹ ਅੱਕ ਚੱਬਿਆ ਵਾ। ਹੁਣ ਅਸੀਂ ਉੱਪਰ ਵਾਲੀ ਧੁੱਪ ਤੇ ਥੱਲੇ ਵਾਲੀ ਗਰਮੈਸ਼ ਨੂੰ ਇੱਥੇ ਚੱਲਣ ਲਈ ਬੈਠ ਗਏ ਆ। ਇਹ ਸਾਡਾ ਜਿਹੜਾ ਵਾ, ਸਾਨੂੰ ਹੁਣ ਜਿਹੜੀ ਚੀਜ਼ ਚਾਹੀਦੀ ਆ ਉਹ ਸਾਡਾ ਸਿਰਫ ਰਾਈਟ ਚਾਹੀਦਾ। ਆ ਸਾਡਾ ਕੋਰਟ ਦੇ ਆਰਡਰ ਆ, ਜਿਹਦੇ ਕੋਰਟ ਦੇ ਆਰਡਰਾਂ ਦੇ ਵਿੱਚ ਸਪਸ਼ਟ ਇਹ ਗੱਲ ਲਿਖੀ ਗਈ ਆ ਕਿ ਇਹਨਾਂ ਦੀ ਸੀਟ ਜਿਹੜੀ ਬਣਦੀ ਹੈਗੀ ਆ ਉਹ ਰਿਜ਼ਰਵ ਕੀਤੀ ਜਾਵੇ। ਕਿੰਨਾ ਵਿੱਚ ਰਿਜ਼ਰਵ ਕੀਤੀ ਜਾਵੇ? ਜਿਹੜੀਆਂ ਪੋਸਟਾਂ ਚੱਲ ਰਹੀਆਂ ਨੇ ਉਹ ਪ੍ਰੋਸੈਸ ਚੱਲਿਆ ਵੀ ਆ ਤੇ ਚੱਲ ਕੇ ਖਤਮ ਵੀ ਹੋ ਗਿਆ, ਪਰ ਸਾਡੀ ਕੋਈ ਪੁੱਛਗਿੱਛ ਨਹੀਂ ਹੋਈ ਹੈਗੀ। ਇਹਨਾਂ ਨੇ ਸਿਰਫ ਸਾਨੂੰ ਇਹ ਕਿਹਾ ਕਿ ਹਾਂਜੀ ਡਾਟਾ ਦੇ ਦਿਓ। ਜਿਵੇਂ ਸਰ ਨੇ ਡਾਟਾ ਅਸੀਂ ਇਹਨਾਂ ਨੂੰ ਆਨਲਾਈਨ ਵੀ ਦਿੱਤਾ, ਡਾਟਾ ਐਡਵੋਕੇਟ ਦੇ ਥਰੂ ਵੀ ਦਿੱਤਾ ਵਾ, ਈਵਨ ਕਿ ਡਾਟਾ ਅਸੀਂ ਆਪ ਵੀ ਬਾਈ ਹੈਂਡ ਦਿੱਤਾ ਵਾ। ਬਥੇਰੇ ਚੱਕਰ ਮਾਰੇ ਆ ਇੱਥੇ, ਐਡੀ ਦੂਰੋਂ ਅਸੀਂ ਆਉਂਦੇ ਆ, ਟਾਈਮ ਛੱਡ ਕੇ ਵੀ ਆਉਂਦੇ ਆ, ਪੈਸਾ ਖਰਚ ਕੇ ਵੀ ਆਉਂਦੇ ਆ, ਭੁੱਖੇ ਵੀ ਰਹਿੰਦੇ ਆ। ਇਹਨਾਂ ਨਾਲ ਮੀਟਿੰਗਾਂ ਕਰਨ ਦੇ ਲਈ ਅਸੀਂ ਸਿਰਫ ਪੌੜੀਆਂ ਦੇ ਵਿੱਚ 2-4 ਮਿੰਟ ਮਿਲਦੇ ਆ, ਉਹ ਵੀ ਅਸੀਂ ਮਿੰਟ ਲੈ ਕੇ ਇਹਨਾਂ ਦੇ ਨਾਲ ਹੱਲ ਕਰਨਾ ਚਾਹੁੰਦੇ ਆ। ਪਰ ਇੱਕੋ ਚੀਜ਼ ਮਿਲ ਰਹੀ ਆ, ਕੋਈ ਗੱਲ ਨਹੀਂ, ਸਾਨੂੰ ਤੁਹਾਡਾ ਮੁੱਦਾ ਪਤਾ ਵਾ, ਤੁਹਾਡਾ ਹੱਲ ਜਿਹੜਾ ਵਾ ਹੋ ਜਾਊਗਾ। ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਇਹ ਵੀ ਗੱਲ ਕਹੀ ਗਈ ਸੀ ਕਿ ਹਾਂਜੀ ਤੁਹਾਡੇ ਮੁੱਦੇ ਦਾ ਹੱਲ ਕਰ ਦਾਂਗੇ, ਮੈਨੂੰ ਕੋਰਟ ਦੇ ਆਰਡਰ ਲਿਆ ਦਿਓ। ਕੋਰਟ ਦੇ ਆਰਡਰ ਤੱਕ ਆ ਚੁੱਕੇ, ਉਸ ਤੋਂ ਬਾਅਦ ਵਿੱਚ ਵੀ ਸਾਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਹੈਗਾ। ਅਸੀਂ ਇੱਥੇ ਜਿਹੜੀ ਆ ਕੋਈ ਝੂਠੀ ਚੀਜ਼ ਮੰਗ ਨਹੀਂ ਰੱਖ ਰਹੇ ਹੈਗੇ। ਸਾਡਾ ਜਿਹੜਾ ਹੱਕ ਬਣਦਾ, ਗਲਤੀ ਜਿਹੜੀ ਇਹਨਾਂ ਦੀ ਗਲਤੀ ਆ, ਉਹ ਗਲਤੀ ਦੇ ਬਦਲੇ ਅਸੀਂ ਆਪਣਾ ਹੱਕ ਲੈਣ ਦੀ ਇੱਥੇ ਖੜੇ ਆ। ਗਲਤੀ ਇਹਨਾਂ ਨੇ ਕੀਤੀ ਆ ਤੇ ਭੁਗਤਾਨ ਅਸੀਂ ਕਰ ਰਹੇ ਆ। ਮੈਂ ਇਕੱਲਾ ਭੁਗਤਾਨ ਨਹੀਂ ਕਰ ਰਿਹਾ, ਮੇਰੇ ਮਾਪੇ ਵੀ ਭੁਗਤਾਨ ਕਰ ਰਹੇ ਆ। ਜਿਹੜੇ ਇਸ ਤੋਂ ਬਿਨਾਂ ਜਿਹੜੇ ਮੇਰੇ ਤੇ ਡਿਪੈਂਡੈਂਟ ਹੈਗੇ ਆ, ਉਹ ਵੀ ਉਸ ਚੀਜ਼ ਦਾ ਭੁਗਤਾਨ ਕਰਨ ਲੱਗੇ ਹੋਏ ਆ। ਕਿੰਨੇ ਦਿਨ ਹੋ ਗਏ ਅੱਜ ਧਰਨਾ ਲੱਗੇ ਨੇ ਸਰ ਤੁਹਾਡਾ? ਸਰ ਸਾਨੂੰ 7ਵਾਂ ਦਿਨ ਜਿਹੜਾ ਚੱਲ ਰਿਹਾ ਵਾ, ਸਾਨੂੰ 7 ਦਿਨ ਹੋ ਚੁੱਕੇ ਇੱਥੇ ਧਰਨੇ ਦੇ ਉੱਤੇ। ਸਵੇਰ ਤੇ ਰਾਤ, ਦਿਨ ਰਾਤ ਅਸੀਂ ਇੱਥੇ ਲਗਾਤਾਰ ਬੈਠ ਰਹੇ ਹਾਂ ਇੱਥੇ ਧਰਨੇ। ਤਕਰੀਬਨ ਜਦੋਂ ਕੱਚੇ ਅਧਿਆਪਕਾਂ ਦਾ ਧਰਨਾ ਲੱਗਿਆ ਸੀ ਉਸ ਦਿਨ ਤੋਂ ਚੱਲ ਰਿਹਾ ਤੁਹਾਡਾ? ਹਾਂਜੀ, ਲਗਭਗ ਉਸ ਦਿਨ ਤੋਂ ਸਾਡਾ ਧਰਨਾ ਇਹ ਸਟਾਰਟ ਹੋ ਗਿਆ ਸੀ। ਅਸੀਂ ਇੱਥੇ ਬੈਠ ਚੁੱਕੇ ਹਾਂ ਤੇ ਇਹ ਚੀਜ਼ ਜਿਹੜੀ ਹੈਗੀ, ਜਿੰਨੀ ਦੇਰ ਤੱਕ ਜਿਹੜਾ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਹੈਗਾ, ਉਨੀ ਦੇਰ ਤੱਕ ਇਹ ਚੀਜ਼ ਚੱਲੂਗੀ। ਠੀਕ ਹੈ ਸਰ, ਤਪਸ਼ ਹੈਗੀ ਆ। ਇੱਕ ਚੀਜ਼ ਅਸੀਂ ਸੋਚ ਕੇ ਆ ਚੁੱਕੇ ਹਾਂ ਕਿ ਘਰੇ ਬੈਠ ਕੇ ਹਰ ਰੋਜ਼ ਦੀ ਮੌਤ ਮਰਨ ਨਾਲੋਂ ਇੱਥੇ ਵਾਲੀ ਮੌਤ ਮਾਰਾਂਗੇ ਅਸੀਂ, ਪਰ ਉਹ ਮੌਤ ਨਹੀਂ ਹੋਊਗੀ, ਉਹ ਇੱਕ ਕਤਲ ਹੋਊਗਾ ਜਿਹੜਾ ਸਾਡਾ ਪ੍ਰਸ਼ਾਸਨ ਕਰੂਗਾ। ਇਹ ਸਰ ਸਾਡਾ ਇਕਨੋਮਿਕ ਦਾ ਮੈਟਰ ਹੈ। 664 ਪੋਸਟਾਂ ਸਾਡੀਆਂ ਬੈਕਲੌਗ ਦੀਆਂ ਇਹਨਾਂ ਨੇ ਮਰਜ ਕੀਤੀਆਂ। ਇਹ ਕਹਿੰਦੇ ਵੀ ਭਰਤੀ ਉਹ ਬੰਦ ਹੋ ਗਈ, ਹੁਣ ਅਸੀਂ ਤੁਹਾਨੂੰ ਅਪਾਇੰਟ ਨਹੀਂ ਕਰ ਸਕਦੇ। ਜਦੋਂ ਕਿ ਦੇਖੋ ਇਹਨਾਂ ਨੇ 15 ਦਾ ਇਸ਼ਤਿਹਾਰ ਦੁਬਾਰੇ 20 ਚ ਰੀਓਪਨ ਕਰਕੇ ਭਰਤੀ ਇਹ ਕੈਂਡੀਡੇਟਾਂ ਨੂੰ ਜੁਆਇਨ ਕਰਾਇਆ। ਜਦੋਂ ਉਹਨਾਂ ਵਾਸਤੇ ਜੁਆਇਨਿੰਗ ਹੋ ਸਕਦੀ ਹੈ ਤਾਂ ਸਾਡੀ ਕਿਉਂ ਨਹੀਂ ਹੋ ਸਕਦੀ? ਜਦੋਂ ਕਿ ਅਸੀਂ ਐਲੀਜੀਬਲ ਹਾਂ। ਹੁਣ ਇਹਨਾਂ ਦੀ ਉਹ ਗਲਤੀ ਕਰਕੇ ਸਾਡਾ ਰਿਜ਼ਲਟ 18 ਚ ਰਿਵਾਈਜ਼ ਹੋਇਆ। ਜੇ ਉਦੋਂ ਹੀ ਰਿਵਾਈਜ਼ ਹੋ ਜਾਂਦਾ ਤਾਂ ਅਸੀਂ 15-16 ਦੀ ਭਰਤੀ ਚ ਕੁਆਲੀਫਾਈ ਹੁੰਦੇ, ਅਸੀਂ ਉਦੋਂ ਜੌਬ ਲੱਗੇ ਹੋਣਾ ਸੀ। 7 ਦਿਨ ਤੋਂ ਤੁਸੀਂ ਇੱਥੇ ਬੈਠੇ ਹੋ, ਗੱਲਬਾਤ ਵੀ ਤੁਹਾਡੀ ਅੰਦਰ ਹੋਈ ਹੈ, ਤੁਸੀਂ ਤੁਹਾਡੇ ਕੋਲ ਆਂਦੇ ਵੀ ਹੈ, ਤੁਸੀਂ ਦੱਸ ਰਹੇ ਹੋ ਕਿ ਗੱਲਬਾਤ ਦੇ ਕੁਝ ਚਰਚਾ ਤਾਂ ਹੋਈ ਹੈ। ਹਾਂਜੀ, ਕੁਝ ਉਮੀਦ ਲੱਗਦੀ ਹੈ? ਸਰ ਹਲੇ ਤੱਕ ਤਾਂ ਕੁਝ ਨਹੀਂ। ਉਹ ਕਹਿੰਦੇ ਅੱਗੇ ਤੁਹਾਡਾ ਮੈਟਰ ਡਿਸਕਸ ਕਰਾਂਗੇ, ਹੁਣ ਕੀ ਰਿਜ਼ਲਟ ਆਉਂਦਾ ਉਹ ਦੇਖਦੇ ਹਾਂ। ਜਿੰਨਾ ਕਿ ਇਹਨਾਂ ਨੇ ਮੀਟਿੰਗ 'ਚ ਅੱਜ ਕਹਿਤਾ, ਇਹ ਤਾਂ ਬੜੇ ਟਾਈਮ ਤੋਂ ਕਹਿੰਦੇ ਆਏ ਆ। ਇਸ ਕਰਕੇ ਹਜੇ ਸਾਨੂੰ ਕੋਈ ਵੀ ਉਮੀਦ ਨਹੀਂ ਹੈ ਕੁਝ ਕਰਨਗੇ। ਜੇ ਤੁਹਾਨੂੰ ਉਮੀਦ ਨਹੀਂ ਲੱਗ ਰਹੀ, ਤੁਸੀਂ 7 ਦਿਨ ਤੋਂ ਬੈਠੇ ਹੋ, ਫਿਰ ਅੱਗੇ ਕਿੱਦਾਂ ਦੀ ਤਿਆਰੀ ਹੈ ਤੁਹਾਡੀ? ਸਾਡੀ ਤਾਂ ਇਹੀ ਤਿਆਰੀ ਹੈ ਵੀ ਅਸੀਂ ਘਰੋਂ ਕਹਿ ਕੇ ਆ ਗਏ ਆ ਵੀ ਅਸੀਂ ਹੁਣ ਮੁੜਦੇ ਨਹੀਂ।
ਲੈ ਕੇ ਜਾਵਾਂਗੇ, ਨਿਯੁਕਤੀ ਪੱਤਰ ਲੈ ਕੇ ਜਾਵਾਂਗੇ, ਅਦਰਵਾਈਜ਼ ਅਸੀਂ ਇੱਥੇ ਹੀ ਮਰਨਾ। ਸਾਰੇ ਜਾਨੀ ਇੱਥੇ ਬੈਠੇ ਆ, ਵੈਸੇ ਵੀ ਅਸੀਂ ਮਰੇ ਹੀ ਆ, ਇੰਨਾ ਟਾਈਮ ਪੀਰੀਅਡ ਸਾਡਾ ਲੰਘ ਗਿਆ। ਹੁਣ ਸਾਡੇ ਕੋਲੇ ਓਵਰੇਜ ਹੋ ਗਏ, ਜ਼ਿਆਦਾਤਰ ਅਸੀਂ ਓਵਰੇਜ ਹੋ ਗਏ ਆ, ਸਾਡੇ ਕੋਲੇ ਹੋਰ ਕੋਈ ਆਪਸ਼ਨ ਵੀ ਨਹੀਂ, ਅਸੀਂ ਆਪਦਾ ਘਰ ਨਹੀਂ ਚਲਾ ਸਕਦੇ। ਇਲੈਕਸ਼ਨ ਨੇੜੇ ਆ ਰਹੇ ਹੈ, ਜਿੱਥੇ ਸੱਤਾਧਿਰ ਪਾਰਟੀ ਜਿਹੜੀ ਹੈਗੀ ਹੈ ਉਹਦੇ ਖਿਲਾਫ ਤਾਂ ਤੁਸੀਂ ਪ੍ਰਦਰਸ਼ਨ ਇਸ ਸਮੇਂ ਕਰ ਰਹੇ ਹੋ। ਸਰਕਾਰ ਬਣੀ ਹੋਈ ਸੀ, ਜੋ ਸਰਕਾਰ ਚੱਲ ਰਹੀ ਸੀ, ਹੋਰ ਲੀਡਰ ਵੀ ਤਾਂ ਹੁਣ ਜਾ ਕੇ ਪੰਜਾਬ ਦੇ ਵਿੱਚ ਪੂਰੇ ਵਿੱਚ ਘੁੰਮ ਰਹੇ ਆ ਕਿ ਅਸੀਂ ਇਹ ਕਰਾਂਗੇ, ਪੰਜਾਬ ਨੂੰ ਉਹ ਕਰਾਂਗੇ। ਕੋਈ ਸਾਰ ਲੈਣਾ ਹੈ ਤੁਹਾਡੀ? ਸਾਡੇ ਕੋਲ ਸਿਰਫ ਅੱਜ ਇੱਕ ਆਮ ਪਾਰਟੀ ਦੇ ਜਿਹੜੇ ਵਿਧਾਇਕ ਆਏ ਸੀਗੇ, ਉਹ ਕਹਿੰਦੇ ਅਸੀਂ ਤੁਹਾਡਾ ਮੁੱਦਾ ਉਠਾਵਾਂਗੇ, ਪਰ ਅੱਜ ਸਾਨੂੰ ਫਿਲਹਾਲ ਦੀ ਘੜੀ ਜਿਹੜਾ ਸਾਡੇ ਨਾਲ ਖੜੂਗਾ, ਜੇ ਸਾਨੂੰ ਕੈਪਟਨ ਸਰਕਾਰ ਖੜਦੀ ਆ ਅਸੀਂ ਉਹਨਾਂ ਨਾਲ ਆ, ਜੇ ਹਲੇ ਵੀ ਅੱਜ ਵੀ ਸਾਨੂੰ ਸਾਡੇ ਹੱਕ ਮਿਲਦੇ ਆ ਤਾਂ ਠੀਕ ਆ, ਪਰ ਜੇ ਸਾਨੂੰ ਇਸ ਤਰ੍ਹਾਂ ਹੀ ਕਰਨਾ ਤਾਂ ਸਾਡੇ ਲਈ ਇਹ ਸਰਕਾਰ ਦਾ ਕੋਈ ਮਾਇਨਾ ਨਹੀਂ ਹੈ। ਕੈਪਟਨ ਸਰਕਾਰ ਨੇ ਇੱਕ ਗੱਲ ਕਹੀ ਸੀ ਕਿ ਘਰ ਘਰ ਨੌਕਰੀ। ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਇਹ ਖੁਦ ਹੀ ਭੁੱਲ ਚੁੱਕਿਆ ਕਿ ਘਰ ਘਰ ਨੌਕਰੀ ਤੋਂ ਕੀ ਭਾਵ ਹੁੰਦਾ, ਇਹਦਾ ਕੀ ਮਤਲਬ ਹੁੰਦਾ ਵਾ। ਜਿਹੜੇ ਜੈਨੂਇਨ ਪਰਸਨ ਹੈਗੇ ਤੁਸੀਂ ਉਹਨਾਂ ਨੂੰ ਨੌਕਰੀ ਤਾਂ ਦੇ ਦਿਓ, ਘਰ ਘਰ ਨੌਕਰੀ ਤੁਸੀਂ ਕਿੱਥੇ ਪੂਰੀ ਕਰਨੀ ਆ। ਰਹੀ ਗੱਲ ਤੁਹਾਡੇ ਇਸ ਪ੍ਰਸ਼ਨ ਦੀ ਕਿ ਹਾਂਜੀ ਕੋਈ ਇੱਥੇ ਮੈਂਬਰ ਆਇਆ, ਸਰ ਸਾਡੇ ਕੋਲ ਮੈਂਬਰ ਜੇ ਆਇਆ ਅੱਜ ਜਾਂ ਇਸ ਤੋਂ ਪਹਿਲਾਂ ਇੱਕ ਅੱਧਾ ਪਰਸਨ, 2 ਪਰਸਨ ਹੋਰ ਵੀ ਆਏ ਆ, ਉਹਨਾਂ ਤੋਂ ਸਾਡੀ ਆਸ ਉਦੋਂ ਅਸੀਂ ਕਵਾਂਗੇ ਕਿ ਹਾਂ ਉਹ ਸਾਡੇ ਲਈ ਵਾਕਈ ਆਏ ਆ ਜਦੋਂ ਸਾਡੇ ਹੱਕ ਸਾਨੂੰ ਦਵਾਤੇ। ਨਹੀਂ, ਉਹ ਇੱਥੇ ਆ ਰਹੇ ਆ, ਸਾਨੂੰ ਪੁੱਛ ਰਹੇ ਆ, ਉਹ ਜਿੰਨਾ ਟਾਈਮ ਤੱਕ ਹੱਕ ਨਹੀਂ ਹੈਗੇ ਉਹਨਾਂ ਟਾਈਮ ਤੱਕ ਅਸੀਂ ਰੋਂਦੇ ਦੇ ਰੋਂਦੇ ਹੀ ਆ। ਅਸੀਂ ਕੀ ਕਰੀਏ, ਅਸੀਂ ਤਕਲੀਫ ਦੇ ਵਿੱਚ ਆ, ਸਾਨੂੰ ਸਾਡੀ ਜਿਹੜੀ ਆ ਮਦਦ ਚਾਹੀਦੀ ਆ, ਸਾਨੂੰ ਸਾਡਾ ਬਾਂਹ ਫੜਨ ਵਾਲਾ ਜਿਹੜਾ ਉਹ ਪਰਸਨ ਚਾਹੀਦਾ। ਮੈਂ ਕਹਿੰਦਾ ਇੱਕ ਪਰਸਨ ਮੈਂ ਆ, ਜੇ ਮੈਂ ਇੱਕ ਵੋਟ ਪਾ ਰਿਹਾ ਵਾਂ, ਮੇਰੇ ਨਾਲ ਮੇਰਾ ਪਰਿਵਾਰ ਖੜਾ ਵਾ, ਆ ਕਿੰਨੇ ਸਾਰੇ ਪਰਿਵਾਰ ਖੜੇ ਆ। ਇਹ ਵੋਟਾਂ ਲੈਣ ਦੇ ਲਈ ਹਰੇਕ ਬੰਦਾ ਇੱਥੇ ਹੱਥ ਜੋੜ ਕੇ ਖੜ ਜਾਂਦਾ ਕਿ ਹਾਂਜੀ ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ, ਪਰ ਅਧਿਆਪਕ ਕੀ ਆ ਜਿਹਨੂੰ ਕਿਸੇ ਟਾਈਮ ਅਸੀਂ ਸਲੂਟ ਕਰਦੇ ਸੀ, ਕਿਸੇ ਟਾਈਮ ਸਿਰ ਝੁਕਦੇ ਸੀ, ਉਹ ਅਧਿਆਪਕ ਅੱਜ ਸੜਕਾਂ ਤੇ ਰੁਲ ਰਿਹਾ ਵਾ। ਕਿਹੜਾ ਮਾਪਾ ਚਾਹੂਗਾ ਕਿ ਇਸ ਪੰਜਾਬ ਦੇ ਵਿੱਚ ਸਾਡਾ ਜਿਹੜਾ ਬੱਚਾ ਇੱਥੇ ਪੜ੍ਹੇ? ਇਹੀ ਇੱਕੋ ਇੱਕ ਕਾਰਨ ਆ ਜਿਹਦਾ ਤਾਂ ਜ਼ੋਰ ਚੱਲਦਾ ਵਾ, ਉਹਦਾ ਬੱਚਾ ਬਾਹਰ ਚਲੇ ਜਾਂਦਾ ਵਾ, ਬਾਕੀ ਇੱਥੇ ਮਜ਼ਦੂਰੀਆਂ ਚੱਲਦੇ ਆ ਜਾਂ ਫਿਰ ਹੋਰ ਪਤਾ ਨਹੀਂ ਕਿਹੜੇ ਕਿਹੜੇ ਪੁੱਠੇ ਸਿੱਧੇ ਰਸਤਿਆਂ ਦੇ ਵਿੱਚ ਪੈ ਚੁੱਕੇ ਆ। ਸੋ ਚੋਣਾਂ ਨੇੜੇ ਆ ਰਹੀਆਂ, ਉਸ ਦੇ ਦੌਰਾਨ ਬਹੁਤ ਸਾਰੇ ਲੀਡਰ ਬਹੁਤ ਸਾਰੇ ਦਾਅਵੇ ਕਰ ਰਹੇ ਆ, ਸਰਕਾਰ ਵੀ ਦਾਅਵੇ ਕਰ ਰਹੀ ਹੈ, ਘਰ ਘਰ ਜਿਹੜੀਆਂ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ ਸੀ, ਹੁਣ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ 80% ਦੇ ਕਰੀਬ ਤਕਰੀਬਨ ਨੌਕਰੀਆਂ ਦੇ ਵੀ ਦਿੱਤੀਆਂ ਗਈਆਂ। ਸਰਕਾਰ ਇਸ ਤਰ੍ਹਾਂ ਦੇ ਦਾਅਵੇ ਵੀ ਕਰਦੀ ਹੈ, ਪਰ ਫਿਰ ਵੀ ਬਹੁਤ ਸਾਰੇ ਵਰਗ ਜਿਹੜੇ ਹੈਗੇ ਆ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਲਾਉਣ ਲਈ ਮਜਬੂਰ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਧਰਨਿਆਂ ਦੀ ਜਾਂ ਇਹਨਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇਗੀ, ਜੇ ਪਹੁੰਚੇਗੀ ਤਾਂ ਕਦ ਪਹੁੰਚੇਗੀ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।